हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਤਾਂ ਇਸ ਕਲਾਸ ਦੇ ਵਿੱਚ ਅਸੀਂ ਨੇ ਅੱਜ ਜੋ ਪੰਜਾਬੀ ਪੈਡਾਗੋਜੀ ਦਾ ਭਾਸ਼ਾ ਕੌਸ਼ਲ ਵਾਲਾ ਟੌਪਿਕ ਸਟਾਰਟ ਕੀਤਾ ਹੋਇਆ ਹੈ, ਇਸ ਨੂੰ ਅੱਜ ਡਿਟੇਲ ਦੇ ਵਿੱਚ ਕਰਾਂਗੇ। ਦੂਸਰੀ ਭਾਸ਼ਾ ਕੌਸ਼ਲ ਯਾਨੀ ਕਿ ਬੋਲਣ ਕੌਸ਼ਲ ਨੂੰ ਅੱਜ ਅਸੀਂ ਨੇ ਪੂਰਾ ਡਿਟੇਲ ਦੇ ਵਿੱਚ ਸਮਝਣਾ ਹੈ। ਬੋਲਣ ਕੌਸ਼ਲ ਜਿਸ ਨੂੰ ਅਸੀਂ ਬੋਲਚਾਲ ਕੌਸ਼ਲ ਵੀ ਆਖ ਦਿੰਦੇ ਹਾਂ, ਮੌਖਿਕ ਕੌਸ਼ਲ ਵੀ ਆਖ ਦਿੰਦੇ ਹਾਂ, ਯਾਨੀ ਕਿ ਸਪੀਕਿੰਗ ਸਕਿੱਲ। ਤਾਂ ਸਪੀਕਿੰਗ ਸਕਿੱਲ ਹੈ ਕੀ, ਪਹਿਲਾਂ ਤਾਂ ਆਪਾਂ ਇਸ ਦਾ ਅਰਥ ਸਮਝਦੇ ਹਾਂ। ਦੇਖੋ ਜੀ, ਇਹ ਧੁਨੀਆਂ ਦਾ ਉਚਾਰਨ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ, ਯਾਨੀ ਕਿ ਫੋਨੇਟਿਕ ਅਸਪੈਕਟ ਹੈ ਇਹ ਲੈਂਗੁਏਜ ਦਾ। ਇਸ ਦੇ ਵਿੱਚ ਜਦੋਂ ਕੋਈ ਵੀ ਧੁਨੀਆਂ ਨੂੰ ਆਪਾਂ ਮੂੰਹੋਂ ਉਚਾਰਨੇ ਆ, ਮੂੰਹ ਦੇ ਵਿੱਚੋਂ ਅਚਨਚੇਤ ਕੋਈ ਆਵਾਜ਼ ਨਿਕਲੀ ਜਾਂ ਫਿਰ ਉਸ ਤੋਂ ਬਾਅਦ ਆਪਾਂ ਪੂਰਾ ਸੁਚੇਤ ਹੋ ਕੇ ਕੋਈ ਆਵਾਜ਼ ਕੱਢੀ, ਤਾਂ ਇਹ ਧੁਨੀਆਂ ਦਾ ਜੋ ਉਚਾਰਨ ਕਰਦੇ ਹਾਂ ਆਪਾਂ, ਇਹ ਕੀ ਹੈ ਜੀ, ਬੋਲਣ ਕੌਸ਼ਲ ਹੈ। ਤਾਂ ਇਸ ਨੂੰ ਆਪਾਂ ਦੂਸਰਾ ਭਾਸ਼ਾ ਕੌਸ਼ਲ ਮੰਨਦੇ ਹਾਂ। ਪਹਿਲਾ ਕੌਸ਼ਲ ਆਪਾਂ ਨੇ ਮੰਨਿਆ ਸੀ ਸੁਣਨ ਅਤੇ ਸਮਝਣ ਕੌਸ਼ਲ ਨੂੰ, ਪਹਿਲਾ ਭਾਸ਼ਾ ਕੌਸ਼ਲ ਆਪਾਂ ਨੇ ਮੰਨਿਆ ਸੀ। ਪਹਿਲਾਂ ਸੁਣਨ ਅਤੇ ਸਮਝਣ ਭਾਸ਼ਾ ਕੌਸ਼ਲ ਵਿਕਸਿਤ ਹੁੰਦਾ ਹੈ, ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਬੋਲਣ ਕੌਸ਼ਲ ਵਿਕਸਿਤ ਹੁੰਦਾ ਹੈ। ਉਸ ਦੇ ਵਿੱਚ ਧੁਨੀਆਂ ਨੂੰ ਸਿਰਫ ਗ੍ਰਹਿਣ ਕਰਨਾ ਸਿੱਖਦੇ ਸੀ ਅਸੀਂ ਸੁਣਨ ਕੌਸ਼ਲ ਦੇ ਵਿੱਚ। ਹੁਣ ਅਸੀਂ ਧੁਨੀਆਂ ਦਾ ਉਚਾਰਨ ਕਰਨਾ ਸਿੱਖ ਲਿਆ। ਇਹ ਉਚਾਰਨ ਕਿਵੇਂ ਸਿੱਖਿਆ? ਸੁਣ ਕੇ। ਪਹਿਲਾਂ ਸੁਣਿਆ, ਧੁਨੀਆਂ ਨੂੰ ਗ੍ਰਹਿਣ ਕੀਤਾ ਸੀ, ਫਿਰ ਉਹਨਾਂ ਧੁਨੀਆਂ ਨੂੰ ਆਪਾਂ ਉਚਾਰਨਾ ਸਿੱਖ ਗਏ। ਤਾਂ ਧੁਨੀਆਂ ਦਾ ਉਚਾਰਨ ਕੀ ਹੈ ਜੀ? ਬੋਲਣ ਕੌਸ਼ਲ ਹੈ। ਮੂੰਹੋਂ ਧੁਨੀਆਂ ਦਾ ਉਚਾਰਨ, ਮੌਖਿਕ ਪ੍ਰਗਟਾਵਾ, ਬੋਲਣਾ ਆਦਿ ਇਸ ਕੌਸ਼ਲ ਵਿੱਚ ਸ਼ਾਮਲ ਹਨ। ਤੁਹਾਨੂੰ ਕਹਿ ਦਿੱਤਾ ਜਾਵੇ ਮੌਖਿਕ ਪ੍ਰਗਟਾਵਾ ਕੀ ਹੈ, ਬੋਲਣਾ, ਉਚਾਰਨ, ਇਹ ਕੀ ਨੇ? ਭਾਸ਼ਾ ਦਾ ਬੋਲਣ ਕੌਸ਼ਲ ਵਿੱਚ ਸ਼ਾਮਲ ਇਹ ਸਭ ਚੀਜ਼ਾਂ ਹੁੰਦੀਆਂ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇਸ ਕੌਸ਼ਲ ਦੀਆਂ ਲੋੜਾਂ ਅਤੇ ਮਹੱਤਵ। ਜੋ ਬੋਲਣ ਕੌਸ਼ਲ ਹੈ, ਇਸ ਦਾ ਮਹੱਤਵ ਕੀ ਹੈ? ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਸਾਨੂੰ ਇਸ ਕੌਸ਼ਲ ਦੀ ਜ਼ਰੂਰਤ ਪੈਂਦੀ ਹੈ? ਤਾਂ ਦੇਖੋ ਜੀ, ਦੈਨਿਕ ਜੀਵਨ ਦੇ ਵਿੱਚ ਮਹੱਤਵ ਹੈ। ਆਪਾਂ ਨੇ ਕੋਈ ਚੀਜ਼, ਆਪਣੀ ਇੱਛਾ ਨੂੰ ਪ੍ਰਗਟ ਕਰਨਾ ਹੈ, ਕੋਈ ਗੱਲ ਕਹਿਣੀ ਹੈ, ਤਾਂ ਉੱਥੇ ਆਪਾਂ ਨੂੰ ਆਪਣੇ ਦੈਨਿਕ ਜੀਵਨ, ਰੋਜ਼ਾਨਾ ਦੇ ਜੀਵਨ ਵਿੱਚ ਇਸ ਦੀ ਲੋੜ ਪੈਂਦੀ ਹੈ। ਸਿੱਖਿਆ ਦੇ ਵਿੱਚ ਮਹੱਤਵ ਹੈ ਇਸ ਦਾ, ਕਿੱਤੇ ਦੇ ਵਿੱਚ ਸਹਾਇਕ ਹੈ, ਹੋਰਨਾਂ ਕੌਸ਼ਲਾਂ ਦੇ ਵਿੱਚ ਸਹਾਇਕ ਹੈ। ਜਿਵੇਂ ਕਿ ਦੇਖੋ ਆਪਾਂ ਗੱਲ ਕੀਤੀ ਸੀ ਸੁਣਨ ਕੌਸ਼ਲ ਵਿਕਸਿਤ ਹੁੰਦਾ ਹੈ, ਫਿਰ ਬੋਲਣ ਕੌਸ਼ਲ ਵਿਕਸਿਤ ਹੁੰਦਾ ਹੈ। ਤਾਂ ਹੁਣ ਜਦੋਂ ਬੋਲਣ ਕੌਸ਼ਲ ਵਿਕਸਿਤ ਹੋ ਗਿਆ ਤਾਂ ਪੜ੍ਹਨ ਕੌਸ਼ਲ, ਲਿਖਣ ਕੌਸ਼ਲ, ਬਾਕੀ ਕੌਸ਼ਲਾਂ ਦਾ ਇਹ ਆਧਾਰ ਬਣਦਾ ਹੈ। ਬਾਕੀ ਕੌਸ਼ਲਾਂ ਦੇ ਵਿੱਚ ਵੀ ਇਹ ਸਹਾਈ ਹੈ। ਸ਼ਖਸੀਅਤ ਦਾ ਵਿਕਾਸ ਇਸ ਦੇ ਵਿੱਚ ਸ਼ਾਮਲ ਹੈ, ਜਿਸ ਨੂੰ ਆਪਾਂ ਕਹਿੰਦੇ ਨੇ ਇਹਨੂੰ ਬੋਲਣ ਚੱਲਣ ਦਾ ਢੰਗ ਹੈ, ਤਰੀਕਾ ਹੈ, ਬੋਲਚਾਲ ਵਧੀਆ, ਉਸ ਦੀ ਬੋਲਬਾਣੀ ਵਧੀਆ ਹੈ। ਇਹਦਾ ਮਤਲਬ ਇਹ ਕੀ ਹੈ? ਸਾਡੀ ਸ਼ਖਸੀਅਤ ਦਾ ਵਿਕਾਸ ਕਰਦੀ ਹੈ, ਸਾਡੇ ਵਿਅਕਤੀਤਵ ਨੂੰ ਨਿਖਾਰਦਾ ਇਹ ਕੌਸ਼ਲ। ਮਨ ਦੇ ਵਲਵਲਿਆਂ ਨੂੰ ਪੇਸ਼ ਕਰਨ ਦਾ ਭਾਸ਼ਾ ਦਾ ਅਸਲੀ ਰੂਪ। ਜੋ ਮਨ ਦੇ ਵਿੱਚ ਗੱਲ ਹੈ ਉਸ ਨੂੰ ਆਪਾਂ ਨੇ ਪੇਸ਼ ਕਰਨਾ ਹੈ, ਮਨ ਦੇ ਵਿੱਚ ਜੋ ਗੱਲ ਸੀ ਉਸ ਨੂੰ ਆਪਾਂ ਨੇ ਕਹਿਣਾ ਹੈ, ਤਾਂ ਉਸ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੇਸ਼ ਇਸ ਕੌਸ਼ਲ ਰਾਹੀਂ ਕੀਤਾ ਜਾ ਸਕਦਾ ਹੈ। ਮੌਖਿਕ ਪ੍ਰਗਟਾਵਾ ਜਿਹੜਾ ਇਹ ਸਰਲ, ਸਪਸ਼ਟ ਅਤੇ ਸੌਖਾ ਹੋਣ ਕਰਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਆਸਾਨ ਹੋ ਜਾਂਦਾ ਹੈ। ਦੇਖੋ, ਆਪਣੀ ਗੱਲ ਨੂੰ ਕਹਿਣ ਦੇ ਲਈ ਆਪਾਂ ਦੋ ਕੌਸ਼ਲ ਵਰਤਦੇ ਹਾਂ। ਇੱਕ ਤਾਂ ਹੋ ਗਿਆ ਬੋਲਣ ਕੌਸ਼ਲ, ਮਤਲਬ ਆਪਣਾ ਪ੍ਰਗਟਾਵਾ ਕਰਨ ਦੇ ਲਈ, ਆਪਾਂ ਕੀ ਕਰਦੇ ਹਾਂ? ਦੋ ਕੌਸ਼ਲ ਵਰਤਦੇ ਹਾਂ। ਇੱਕ ਤਾਂ ਹੋ ਗਿਆ ਬੋਲਣ ਕੌਸ਼ਲ ਅਤੇ ਇੱਕ ਲਿਖਣ ਕੌਸ਼ਲ। ਤਾਂ ਲਿਖਣ ਕੌਸ਼ਲ ਜਿਹੜਾ ਉਹ ਕੀ ਹੈ? ਥੋੜ੍ਹਾ ਜਿਹਾ ਟਫ ਹੈ, ਉਹ ਸਰਲ ਨਹੀਂ ਹੈਗੇ ਆ। ਤਾਂ ਉਸ ਤੋਂ ਈਜ਼ੀ ਕੀ ਹੈ? ਬੋਲ ਕੇ। ਜਦੋਂ ਆਪਾਂ ਕਹਿ ਦਿੰਦੇ ਵੀ ਇਹ ਗੱਲ ਤੂੰ ਲਿਖ ਕੇ ਦੱਸ ਮੈਨੂੰ, ਲਿਖਣ ਦੀ ਬਜਾਏ ਆਪਾਂ ਕਹਿ ਦਿੰਦੇ ਬੋਲ ਕੇ ਕਹਿ ਦੇਣੀ। ਤਾਂ ਬੋਲਣ ਵਾਲਾ ਜਿਹੜਾ ਕੌਸ਼ਲ ਹੈ, ਯਾਨੀ ਕਿ ਮੌਖਿਕ ਪ੍ਰਗਟਾਵਾ, ਇਹ ਸਰਲ ਹੈ, ਸਪਸ਼ਟ ਹੈ, ਸੌਖਾ ਹੈ। ਤਾਂ ਸੌਖਾ ਹੋਣ ਕਰਕੇ ਜਿਹੜੇ ਆਪਣੇ ਵਿਚਾਰ ਨੇ, ਆਪਣੇ ਮਨ ਦੀ ਜਿਹੜੀ ਗੱਲ ਹੈ, ਉਹ ਆਪਾਂ ਆਸਾਨੀ ਨਾਲ ਕਹਿ ਸਕਦੇ ਹਾਂ। ਇਸ ਤਰ੍ਹਾਂ ਇਹ ਕੀ ਹੈ? ਸਾਡੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਵਿੱਚ ਸਹਾਇਕ ਹੈ। ਰਾਜਨੀਤਿਕ ਤੌਰ 'ਤੇ ਲਾਹਾ ਲੈਣ ਦੇ ਲਈ ਬੋਲਣ ਕੌਸ਼ਲ ਕੀ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਉਦਾਹਰਨ ਵਜੋਂ ਭਗਵੰਤ ਮਾਨ ਅਤੇ ਨਰਿੰਦਰ ਮੋਦੀ, ਇਹਨਾਂ ਦਾ ਬੋਲਣ ਦਾ ਢੰਗ ਦੇਖਿਓ, ਇਹਨਾਂ ਦੇ ਬੋਲਣ ਦੇ ਢੰਗ ਨੇ ਹੀ ਇਹਨਾਂ ਨੂੰ ਕਹਿ ਸਕਦੇ ਆਪਾਂ ਗਰਾਊਂਡ ਜ਼ੀਰੋ ਤੋਂ ਇੱਕ ਰੈਂਕ 'ਤੇ ਪਹੁੰਚਾਤਾ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਾਤਾ, ਸਿਰਫ ਕਿਹਨੇ? ਬੋਲਣ ਕੌਸ਼ਲ ਨੇ। ਹੋ ਸਕਦਾ ਇਹਨਾਂ ਨੂੰ ਲਿਖਣ ਦੇ ਵਿੱਚ ਇੰਨਾ ਸਪਸ਼ਟ ਨਾ ਹੋਵੇ, ਹੋ ਸਕਦਾ ਇਹ ਭਾਸ਼ਣ ਇੰਨੇ ਵਧੀਆ ਤਰੀਕੇ ਨਾਲ ਨਾ ਲਿਖ ਸਕਦੇ ਹੋਣ, ਠੀਕ ਹੈ। ਤਾਂ ਇਹਨਾਂ ਦੇ ਬੋਲਣ ਕੌਸ਼ਲ ਨੇ ਇਹਨਾਂ ਨੂੰ ਕੀ ਕਰਤਾ? ਮਤਲਬ ਕਿ ਅੱਗੇ ਪਹੁੰਚਾਇਆ। ਤਾਂ ਰਾਜਨੀਤੀ ਦੇ ਵਿੱਚ ਬੋਲਣ ਕੌਸ਼ਲ ਦਾ ਇੱਕ ਚੰਗਾ ਮਹੱਤਵ ਹੁੰਦਾ। ਭਾਸ਼ਣਾਂ ਤੋਂ ਪ੍ਰਭਾਵਿਤ ਹੁੰਦੇ ਇਹਨਾਂ ਲੋਕ, ਅਤੇ ਇਸ ਦੇ ਤਰ੍ਹਾਂ ਹੀ ਆਪਾਂ ਕਹਿ ਸਕਦੇ ਵੀ ਚੰਗੇ ਬੁਲਾਰੇ, ਚੰਗੇ ਸਪੀਕਰ ਪੈਦਾ ਹੁੰਦੇ ਨੇ ਜੇਕਰ ਆਪਾਂ ਬੋਲਣ ਦਾ ਬੱਚੇ ਨੂੰ ਉਸ 'ਤੇ ਬੋਲਣ ਕੌਸ਼ਲ ਦੇ ਉੱਤੇ ਧਿਆਨ ਦਈਏ, ਤਾਂ ਇੱਕ ਚੰਗੇ ਬੁਲਾਰੇ ਪੈਦਾ ਕੀਤੇ ਜਾ ਸਕਦੇ ਨੇ। ਸਵੈ ਵਿਸ਼ਵਾਸ ਦੇ ਵਿੱਚ ਵਾਧਾ ਹੁੰਦਾ ਹੈ, ਸਵੈ ਪ੍ਰਗਟਾ ਦੀ ਯੋਗਤਾ ਦੇ ਵਿੱਚ ਵਾਧਾ ਹੁੰਦਾ ਹੈ, ਸਿਰਜਣਾ, ਮੌਲਿਕਤਾ, ਸ਼ਬਦ ਭੰਡਾਰ, ਪ੍ਰੇਰਨਾ ਵਿੱਚ ਵਾਧਾ, ਇਹ ਸਭ ਚੀਜ਼ਾਂ ਜਿਹੜੀਆਂ ਇਹ
ਬੋਲਣ ਕੌਸ਼ਲ ਦੇ ਕਾਰਨ ਸੰਭਵ ਹੁੰਦੀਆਂ ਨੇ। ਇਸ ਤਰੀਕੇ ਨਾਲ ਬੋਲਣ ਕੌਸ਼ਲ ਦਾ ਸਾਡੇ ਜੀਵਨ ਦੇ ਵਿੱਚ ਮਹੱਤਵ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਬੋਲਣ ਕੌਸ਼ਲ ਦੇ ਉਦੇਸ਼ ਕਿਹੜੇ ਨੇ। ਤਾਂ ਦੇਖੋ ਜੀ, ਸਰਲ ਸ਼ੁੱਧ ਸਪਸ਼ਟ ਸ਼ਬਦਾਂ ਵਿੱਚ ਵਿਚਾਰ ਪ੍ਰਗਟਾਉਣੇ। ਤਾਂ ਆਪਾਂ ਬੋਲਣ ਕੌਸ਼ਲ ਨੂੰ ਵਿਕਸਿਤ ਕਿਉਂ ਕਰਨਾ ਹੈ? ਤਾਂ ਕਿ ਆਪਾਂ ਆਪਣੀ ਗੱਲ ਨੂੰ, ਆਪਣੇ ਵਿਚਾਰ ਨੂੰ ਸਰਲ ਤਰੀਕੇ ਨਾਲ, ਸ਼ੁੱਧ ਤਰੀਕੇ ਨਾਲ, ਸਪਸ਼ਟ ਤਰੀਕੇ ਨਾਲ ਪੇਸ਼ ਕਰ ਸਕੀਏ, ਪ੍ਰਗਟਾ ਸਕੀਏ। ਇਸ ਕਰਕੇ ਆਪਾਂ ਨੇ ਬੋਲਣ ਕੌਸ਼ਲ ਨੂੰ ਵਿਕਸਿਤ ਕਰਨਾ ਹੈ। ਬੋਲਣ ਕੌਸ਼ਲ ਨੂੰ ਵਿਕਸਿਤ ਕਰਨ ਦਾ ਉਦੇਸ਼ ਕੀ ਹੈ? ਆਪਣੀ ਗੱਲ ਨੂੰ ਸਰਲ ਸ਼ੁੱਧ ਸਪਸ਼ਟ ਤਰੀਕੇ ਨਾਲ ਕਹਿ ਸਕਣਾ। ਪ੍ਰਭਾਵਸ਼ਾਲੀ ਵਿਚਾਰ ਬਣਾਉਣੀ, ਆਪਣੀ ਗੱਲ ਕਹਿਣ ਦੇ ਵਿੱਚ ਪ੍ਰਭਾਵਸ਼ਾਲੀ ਹੋਵੇ, ਤਾਂ ਇਹ ਬੋਲਣ ਕੌਸ਼ਲ ਦੇ ਵਿੱਚ ਮੁਹਾਰਤ ਪੈਦਾ ਕਰਕੇ ਹੀ ਹੋ ਸਕੇਗਾ। ਤਰਕ ਨਾਲ ਵਿਰੋਧ ਅਤੇ ਹਾਮੀ ਭਰਨਾ, ਜਦੋਂ ਆਪਾਂ ਨੂੰ ਬੋਲਣ ਦਾ ਢੰਗ ਪਤਾ ਹੈ ਤਾਂ ਆਪਾਂ ਨੇ ਕਿਸੇ ਦਾ ਵਿਰੋਧ ਕਰਨਾ ਹੈ ਤਾਂ ਆਪਾਂ ਬੜੇ ਘੈਂਟ ਤਰੀਕੇ ਨਾਲ ਕਰਾਂਗੇ, ਇੱਕ ਵਧੀਆ ਢੰਗ ਦੇ ਨਾਲ ਕਰਾਂਗੇ। ਸਹੀ ਅਤੇ ਢੁਕਵੀਂ ਸ਼ਬਦਾਵਲੀ, ਝਾਕਾ ਖੋਲ੍ਹ ਦੇਣਾ, ਜਦੋਂ ਆਪਾਂ ਨੂੰ ਕੋਈ ਚੀਜ਼ ਕਹਿਣੀ ਆ ਜੀ, ਜਦੋਂ ਆਪਾਂ ਨੂੰ ਬੋਲਣ ਆ ਜਾਏ ਤਾਂ ਆਪਣੀ ਸੰਗ ਖੁੱਲ੍ਹ ਜਾਂਦੀ ਹੈ, ਆਪਾਂ ਆਪਣੇ ਵਿਚਾਰਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਤਾਂ ਉੱਥੇ ਆਪਣੇ ਵਿਅਕਤੀਤਵ ਦਾ ਨਿਖਾਰ ਹੁੰਦਾ ਹੈ, ਨਵੀਆਂ ਚੀਜ਼ਾਂ ਸਿੱਖਦੇ ਹਾਂ, ਆਪਾਂ ਨਵਾਂ ਗਿਆਨ ਸਿੱਖਦੇ ਹਾਂ। ਅਨੁਕੂਲਤਾ ਅਨੁਸਾਰ ਆਪਣੀ ਗੱਲ ਕਹਿਣੀ, ਮਤਲਬ ਕਿ ਜਿਸ ਤਰ੍ਹਾਂ ਦਾ ਮਾਹੌਲ ਸੀ, ਅਨੁਕੂਲਤਾ ਦਾ ਅਰਥ ਕੀ ਹੈ ਕਿ ਮਾਹੌਲ ਇਸ ਤਰ੍ਹਾਂ ਦਾ ਸੀ, ਉਸੇ ਤਰ੍ਹਾਂ ਦੀ ਗੱਲ ਕਹਿਣੀ। ਕੋਈ ਖੁਸ਼ੀ ਦਾ ਮਾਹੌਲ ਹੈ, ਕੋਈ ਖੁਸ਼ੀ ਵਾਲੀ ਗੱਲ ਕਹਿ ਦੇਣੀ। ਦੁੱਖ ਦਾ ਮਾਹੌਲ ਹੈ, ਆਪਣੇ ਦੇਖੋ ਮੂੰਹ ਉਹੀ ਹੈ, ਜੀਭ ਉਹੀ ਹੈ। ਦੁੱਖ ਦੇ ਸਮੇਂ ਉਹ ਅਜਿਹੇ ਸ਼ਬਦ ਕਹੇ ਵੀ ਸੁਣਨ ਵਾਲੇ ਨੂੰ ਚੰਗੇ ਲੱਗਣ, ਖੁਸ਼ੀ ਦੇ ਸਮੇਂ ਉਹ ਅਜਿਹੇ ਸ਼ਬਦ ਕਹੇ ਵੀ ਸੁਣਨ ਵਾਲੇ ਨੂੰ ਚੰਗੇ ਲੱਗਣ। ਤਾਂ ਇਸ ਤਰ੍ਹਾਂ ਕੀ ਹੈ ਵੀ ਆਪਣੇ ਬੋਲਣ ਦਾ ਢੰਗ ਹੈ ਨਾ ਜਿਹੜਾ, ਉਹ ਅਨੁਕੂਲ ਹੋਣਾ ਚਾਹੀਦਾ ਹੈ। ਆਪਣੀ ਯੋਗਤਾ ਦਾ ਪੂਰਨ ਪ੍ਰਗਟਾਵਾ, ਮਤਲਬ ਆਪਣੇ ਅੰਦਰ ਜੋ ਸ਼ਮਤਾ ਹੈ, ਮੈਂ ਇਹ ਕਰ ਸਕਦਾ, ਇਹ ਇਸ ਚੀਜ਼ ਦਾ ਪ੍ਰਗਟਾਵਾ ਕਿਵੇਂ ਹੋਏਗਾ? ਬੋਲਣ ਕੌਸ਼ਲ ਦੇ ਰਾਹੀਂ। ਹੁਣ ਜਿਹੜਾ ਬੋਲ ਕੇ ਨਹੀਂ ਦੱਸੂਗਾ ਵੀ ਇਹ ਕੰਮ ਮੈਂ ਕਰ ਸਕਦਾ, ਉਸ 'ਤੇ ਯੋਗਤਾ ਦਬ ਕੇ ਰਹਿ ਜੂਗੀ। ਤਾਂ ਯੋਗਤਾ ਨੂੰ ਬਾਹਰ ਕੱਢਣ ਦੇ ਲਈ, ਇਸ ਦਾ ਪ੍ਰਗਟਾਵਾ ਕਰਨ ਦੇ ਲਈ ਬੋਲਣ ਕੌਸ਼ਲ ਦਾ ਮਹੱਤਵ ਹੈ। ਇਸ ਦਾ ਉਦੇਸ਼ ਕੀ ਹੈ ਵੀ ਆਪਾਂ ਬੋਲਣ ਕੌਸ਼ਲ ਨੂੰ ਵਿਕਸਿਤ ਕਿਉਂ ਕਰਨਾ ਹੈ? ਤਾਂ ਕਿ ਆਪਣੀ ਯੋਗਤਾ ਦਾ ਜਿਹੜਾ ਪ੍ਰਗਟਾਵਾ ਹੈ ਉਹ ਪੂਰੀ ਤਰ੍ਹਾਂ ਹੋ ਸਕੇ। ਉਚਾਰਨ ਨੂੰ ਸੁਧਾਰਨਾ, ਸਫਲ ਬੁਲਾਰੇ ਪੈਦਾ ਕਰਨਾ, ਇਹ ਸਭ ਉਦੇਸ਼ ਨੇ ਬੋਲਣ ਕੌਸ਼ਲ ਦੇ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਚੰਗੀ ਬੋਲਚਾਲ ਦੇ ਗੁਣ ਕੀ ਨੇ, ਫਾਇਦੇ ਕੀ ਨੇ, ਵਿਸ਼ੇਸ਼ਤਾਵਾਂ ਕੀ ਨੇ ਚੰਗੀ ਬੋਲਚਾਲ ਦੀਆਂ, ਇਹ ਆਪਾਂ ਨੇ ਸਮਝਣਾ ਹੈਗਾ। ਤਾਂ ਦੇਖੋ ਜੀ, ਭਾਸ਼ਾ ਵਿੱਚ ਸ਼ੁੱਧਤਾ, ਸਪਸ਼ਟਤਾ, ਮਧੁਰਤਾ, ਮਿਠਾਸ, ਵਿਵਹਾਰਿਕਤਾ ਆਉਂਦੀ ਹੈ। ਜਦੋਂ ਆਪਾਂ ਆਪਣੀ ਜਿਹੜੀ ਬੋਲਚਾਲ ਹੈ ਉਹ ਚੰਗੀ ਹੋਏਗੀ ਤਾਂ ਜਿਹੜੀ ਆਪਣੀ ਭਾਸ਼ਾ ਉਹ ਸ਼ੁੱਧ ਹੋ ਜਾਏਗੀ, ਸਪਸ਼ਟ ਹੋ ਜਾਏਗੀ। ਆਪਾਂ ਨੇ ਇੱਕ ਵਾਰ ਗੱਲ ਕਹੀ, ਸਾਹਮਣੇ ਵਾਲੇ ਨੂੰ ਸਮਝ ਆ ਜਾਇਆ ਕਰੂਗੀ। ਮਧੁਰਤਾ ਆਊਗੀ, ਮਿਠਾਸ ਆਊਗੀ, ਵਿਵਹਾਰਿਕਤਾ ਆਊਗੀ, ਇੱਕ ਆਦਰ ਆਊਗਾ, ਰਿਸਪੈਕਟ ਆਊਗੀ। ਠੀਕ ਹੈ ਜੀ। ਸੁਣਨ ਵਾਲੇ 'ਤੇ ਅਸਰ ਵੀ ਹੋਏਗਾ। ਜਦੋਂ ਆਪਾਂ ਆਪਣੀ ਗੱਲ ਨੂੰ ਵਧੀਆ ਤਰੀਕੇ ਨਾਲ, ਘੈਂਟ ਤਰੀਕੇ ਨਾਲ ਬਣਾ ਕੇ ਆਖਦੇ ਹਾਂ ਤਾਂ ਉਹ ਸੁਣਨ ਵਾਲੇ ਦੇ ਉੱਤੇ ਅਸਰ ਪੈਂਦਾ ਹੈ, ਸੁਣਨ ਵਾਲਾ ਉਸ ਨੂੰ ਮੰਨ ਲੈਂਦਾ ਹੈ। ਠੀਕ ਹੈ ਜੀ। ਇਹ ਸਰਬ ਮਾਨਤਾ ਪ੍ਰਾਪਤ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਜਿਹੜੀ ਬੋਲਣ ਕੌਸ਼ਲ ਹੈ ਉਹ ਤੁਹਾਡੀ ਵਿਕਸਿਤ ਹੋ ਗਈ ਤਾਂ ਇਹਨੂੰ ਹਰ ਕੋਈ ਸਮਝ ਸਕੂਗਾ। ਜੋ ਵੀ ਤੁਹਾਡੀ ਉਸ ਭਾਸ਼ਾ ਨੂੰ ਸਮਝਦਾ ਉਹ ਸਮਝ ਸਕੂਗਾ। ਹੋ ਸਕਦਾ ਲਿਖਣ ਦੇ ਵਿੱਚ ਆਪਾਂ ਸਪਸ਼ਟ ਨਾ ਗੱਲ ਕਹਿ ਸਕੀਏ, ਬੋਲ ਕੇ ਆਪਾਂ ਸਮਝਾ ਸਕੀਏ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਕੀ ਹੁੰਦਾ ਹੈ ਕਿ ਇਹ ਗੁਣ ਨੇ ਜਦ ਕੱਲ੍ਹ ਚੰਗੀ ਬੋਲਚਾਲ ਦੇ ਫਾਇਦੇ ਨੇ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ, ਦੇਖੋ ਇਸ 'ਤੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਧੁਨੀਆਂ ਦਾ ਉਚਾਰਨ ਹੈ। ਬੋਲਣ ਕੌਸ਼ਲ ਕੀ ਹੈ ਜੀ? ਧੁਨੀਆਂ ਦਾ ਉਚਾਰਨ, ਧੁਨੀਆਂ ਨੂੰ ਬੋਲਣਾ, ਧੁਨੀਆਂ ਨੂੰ ਉਚਾਰਨਾ ਇਸ ਦੇ ਵਿੱਚ ਸ਼ਾਮਲ ਹੈ। ਪਰ ਇਸ ਦੇ ਵਿੱਚ ਕੀ ਹੁੰਦਾ ਵੀ ਕਈ ਵਾਰ ਜਿਹੜੀਆਂ ਧੁਨੀਆਂ ਨੇ ਉਹਨਾਂ ਦਾ ਉਚਾਰਨ ਆਪਾਂ ਸਹੀ ਨਹੀਂ ਕਰਦੇ, ਅਸ਼ੁੱਧ ਉਚਾਰਨ ਹੁੰਦਾ ਹੈ। ਤਾਂ ਅਸ਼ੁੱਧ ਉਚਾਰਨ ਦੇ ਕੀ ਕਾਰਨ ਹੋ ਸਕਦੇ ਨੇ, ਇਹ ਆਪਾਂ ਨੇ ਸਮਝਣਾ। ਜਿਵੇਂ ਉਦਾਹਰਨ ਦਿੰਦਾ ਮੈਂ ਤੁਹਾਨੂੰ, ਮਤਲਬ ਸ਼ਬਦ ਹੈ, ਬਹੁਤੇ ਨੂੰ ਮਤਲਬ ਬੋਲਣਗੇ। ਚਾਕੂ ਸ਼ਬਦ ਹੈ, ਬਹੁਤੇ ਨੂੰ ਕਾਚੂ ਬੋਲਣਗੇ। ਚੂੜਲ ਸ਼ਬਦ ਇਹਨੂੰ ਚੂਲੜ ਬੋਲਣਗੇ। ਅੰਮ੍ਰਿਤਸਰ ਇਹਨੂੰ ਅੰਬਰਸਰ ਬੋਲਣਗੇ, ਬਹੁਤੇ ਬੂਟ ਨੂੰ ਗੂਟ ਬੋਲਣਗੇ। ਤਾਂ ਇਹ ਕੀ ਨੇ? ਉਹਨਾਂ ਦੀ ਇੱਕ ਲਹਿਜ਼ਾ ਹੈ, ਉਹਨਾਂ ਦਾ ਮਤਲਬ ਹੋ ਸਕਦਾ ਉਹਨਾਂ ਦੇ ਵਾਤਾਵਰਨ ਦਾ ਪ੍ਰਭਾਵ ਪਿਆ ਹੋਵੇ। ਜਿਸ ਸਮਾਜ ਦੇ ਵਿੱਚ ਰਹਿੰਦੇ ਨੇ, ਜਿਸ ਸੁਸਾਇਟੀ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਰਹਿੰਦੇ ਨੇ, ਉੱਥੇ ਇਹ ਚੀਜ਼ ਨੂੰ ਇੱਦਾਂ ਹੀ ਕਿਹਾ ਜਾਂਦਾ ਹੋਵੇ। ਤਾਂ ਇਹ ਆਲੇ ਦੁਆਲੇ ਦਾ ਪ੍ਰਭਾਵ ਹੈ ਜਾਂ ਕੀ ਕਾਰਨ ਨੇ, ਉਹ ਸਾਰੇ ਕਾਰਨ ਆਪਾਂ ਨੇ ਹੁਣ ਸਮਝਣੇ ਨੇ। ਤਾਂ ਦੇਖੋ ਜੀ, ਵਿਅਕਤੀਗਤ ਕਾਰਨ ਹੋ ਸਕਦੇ ਨੇ। ਵਿਅਕਤੀਗਤ ਕਾਰਨ ਦੇ ਵਿੱਚ ਕੀ ਹੁੰਦਾ ਹੈਗਾ ਵੀ ਕਈ ਵਾਰ ਕੋਈ ਰੀਸ ਦੇ ਵਿੱਚ ਬੋਲਦਾ, ਰੀਸ ਕਰ ਰਿਹਾ ਹੋਵੇ ਕਿਸੇ ਦੀ, ਜਾਂ ਉਸ ਦੀ ਆਦਤ ਹੀ ਹੋਵੇ ਇਸ ਤਰ੍ਹਾਂ ਦੀ, ਹੈ ਨਾ। ਸਰੀਰਕ ਦੋਸ਼ ਵੀ ਹੋ ਸਕਦਾ ਵੀ ਉਸ ਦੀ ਜੀਭ ਦੇ ਵਿੱਚ ਕੋਈ ਫਾਲਟ ਹੋਵੇ, ਉਸ ਦੇ ਮੂੰਹ ਦੇ ਵਿੱਚ ਕੋਈ ਫਾਲਟ ਹੋਵੇ। ਤਾਂ ਤੋਤਲਾਪਣ ਹੋ ਗਿਆ, ਜਿਵੇਂ ਉਹ ਜੀਭ ਦੇ ਵਿੱਚ ਕਈ ਵਾਰ ਪ੍ਰੋਬਲਮ ਹੁੰਦੀ ਹੈ, ਤਾਂ ਉਸ ਦੇ ਕਾਰਨ ਕੀ ਹੁੰਦਾ ਹੈ, ਇਹ ਇੱਕ ਸਰੀਰਕ ਦੋਸ਼ ਦੇ ਕਾਰਨ ਵੀ ਉਚਾਰਨ ਜਿਹੜਾ ਉਹ ਅਸ਼ੁੱਧ ਹੋ ਸਕਦਾ ਹੈ। ਕਈ ਵਾਰ ਆਪਾਂ ਕਾਹਲੀ ਬੋਲਦੇ ਹਾਂ, ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਆਪਾਂ ਫਟਾਫਟ ਗੱਲ ਕਹਿ ਦਈਏ, ਤਾਂ ਉੱਥੇ ਵੀ ਆਪਾਂ ਸ਼ਬਦਾਂ ਨੂੰ ਕੀ ਕਰ ਦਿੰਦੇ ਹਾਂ, ਗਲਤ ਬੋਲ ਦਿੰਦੇ ਹਾਂ। ਤਾਂ ਇਸ ਤਰ੍ਹਾਂ ਇਹ ਉਚਾਰਨ ਜਿਹੜਾ ਇਹ ਅਸ਼ੁੱਧ ਹੋ ਜਾਂਦਾ ਹੈ। ਤਾਂ ਜਦੋਂ ਆਪਾਂ ਪਹਿਲਾਂ ਤਾਂ ਕਈ ਵਾਰ ਰੀਸ ਦੇ ਵਿੱਚ ਜਾਂ ਫਿਰ ਕਹਿ ਲਓ
ਕਈ ਵਾਰ ਆਪਾਂ ਰੀਸ ਦੇ ਵਿੱਚ ਹਾਸੀ ਮਖੌਲ ਦੇ ਵਿੱਚ ਕੋਈ ਗੱਲ ਕਹਿੰਦੇ ਹਾਂ, ਪਰ ਬਾਅਦ ਦੇ ਵਿੱਚ ਉਹ ਆਦਤ ਬਣ ਜਾਂਦੀ ਹੈ। ਫਿਰ ਉਹ ਗੱਲ ਹੋ ਜਾਂਦੀ ਹੈ ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ। ਵੀ ਇੱਕ ਵਾਰ ਆਦਤ ਬਣ ਗਈ ਫਿਰ ਉਹ ਆਦਤ ਬਣ ਜਾਂਦੀ ਹੈ, ਆਪਾਂ ਉਹ ਚੀਜ਼ ਨੂੰ ਉੱਦਾਂ ਹੀ ਬੋਲਦੇ ਰਹਿੰਦੇ ਹਾਂ। ਤਾਂ ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਵਿਅਕਤੀਗਤ ਕਾਰਨ ਹੋ ਸਕਦੇ ਨੇ। ਇਸ ਤੋਂ ਬਾਅਦ ਕੁਝ ਆਪਾਂ ਗੱਲ ਕਰਦੇ ਹਾਂ ਜੀ ਮਨੋਵਿਗਿਆਨਿਕ ਕਾਰਨ ਹੋ ਸਕਦੇ ਨੇ। ਮਨੋਵਿਗਿਆਨਿਕ ਕਾਰਨ ਦੇ ਵਿੱਚ ਕੀ ਹੈਗਾ ਵੀ ਕਈ ਵਾਰ ਕੋਈ ਮਾਨਸਿਕ ਗੁੰਝਲ ਹੋਵੇ, ਉਲਝਣ ਹੋਵੇ, ਦੁਵਿਧਾ ਹੋਵੇ, ਪਰੇਸ਼ਾਨੀ ਹੋਵੇ, ਘਬਰਾਹਟ ਦੇ ਕਾਰਨ, ਡਰ ਦੇ ਕਾਰਨ, ਹੀਨਤਾ ਦੇ ਕਾਰਨ ਹੋ ਸਕਦਾ ਹੈ। ਫੋਰ ਐਗਜ਼ਾਮਪਲ ਆਪਾਂ ਕੋਈ ਕਵਿਤਾ ਬੋਲ ਰਹੇ ਹਾਂ, ਉਹ ਕਵਿਤਾ ਆਪਾਂ ਇਕੱਲੇ ਪੜ੍ਹਦੇ ਹਾਂ ਉਦੋਂ ਵਧੀਆ ਪੜ੍ਹ ਲੈਂਦੇ ਹਾਂ, ਦੋ ਜਣਿਆਂ ਦੇ ਸਾਹਮਣੇ ਪੜ੍ਹਦੇ ਆਪਾਂ ਵਧੀਆ ਪੜ੍ਹ ਲੈਂਦੇ ਹਾਂ। ਉਹੀ ਕਵਿਤਾ ਜੇਕਰ ਆਪਾਂ ਨੂੰ ਸਟੇਜ ਦੇ ਉੱਤੇ ਬੋਲਣੀ ਪੈ ਜੀ, ਹੋ ਸਕਦਾ ਆਪਾਂ ਨੀ ਜੀਭ ਕੰਮ ਜੇ ਆਪਣੇ ਹੱਥ ਕੰਮਣ ਲੱਗ ਜਾਣ ਬੋਲਦੇ ਬੋਲਦੇ, ਆਪਾਂ ਨੂੰ ਤਾਂ ਸ਼ਬਦ ਸਹੀ ਨਾ ਬੋਲਿਆ ਜਾਵੇ। ਕਿਉਂਕਿ ਉਹ ਕਈ ਵਾਰ ਆਪਾਂ ਘਬਰਾ ਜਾਂਦੇ ਹਾਂ, ਤਾਂ ਘਬਰਾਹਟ ਦੇ ਕਾਰਨ, ਡਰ ਦੇ ਕਾਰਨ, ਜਾਂ ਫਿਰ ਆਪਾਂ ਨੂੰ ਕੀ ਲੱਗਦਾ ਹੁੰਦਾ ਵੀ ਸਾਹਮਣੇ ਵਾਲਾ ਕੀ ਕਹੂਗਾ, ਸਾਹਮਣੇ ਵਾਲੇ ਨੂੰ ਵਧੀਆ ਲੱਗੂਗੀ ਨਹੀਂ ਲੱਗੂਗੀ, ਪਰੇਸ਼ਾਨੀ ਦੇ ਕਾਰਨ, ਹੀਨ ਭਾਵਨਾ ਦੇ ਕਾਰਨ। ਤਾਂ ਇਹ ਸਭ ਕਾਰਨ ਹੋ ਸਕਦੇ ਨੇ ਆਪਣੇ ਅਸ਼ੁੱਧ ਉਚਾਰਨ ਦੇ। ਇਸ ਤੋਂ ਬਿਨਾਂ ਗੱਲ ਕਰਦੇ ਹਾਂ ਆਪਾਂ ਵਿੱਦਿਅਕ ਕਾਰਨ। ਤਾਂ ਵਿੱਦਿਅਕ ਕਾਰਨ ਕੀ ਹੋ ਸਕਦੇ ਨੇ, ਦੇਖੋ ਕਈ ਵਾਰ ਕੀ ਹੁੰਦਾ ਵੀ ਅਧਿਆਪਕ ਦਾ ਜਿਹੜਾ ਉਚਾਰਨ ਹੈ ਉਹ ਸਹੀ ਨਹੀਂ ਹੁੰਦਾ, ਤਾਂ ਅਧਿਆਪਕ ਦਾ ਜਿਹੜਾ ਗਲਤ ਉਚਾਰਨ ਹੈ ਉਹ ਹੁੰਦਾ ਅਤੇ ਵਿਦਿਆਰਥੀ ਉਸ ਤੋਂ ਸੁਣ ਕੇ ਉਸੇ ਤਰ੍ਹਾਂ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੇ ਨੇ। ਤਾਂ ਇਸ ਤੋਂ ਬਿਨਾਂ ਇਹ ਵੀ ਹੋ ਸਕਦਾ ਵੀ ਅਧਿਆਪਕ ਨੂੰ ਠੀਕ ਹੈ ਵਿਆਕਰਨ ਦੀ ਜਾਣਕਾਰੀ ਨਾ ਹੋਵੇ, ਜੋ ਬੋਲਣ ਵਾਲੇ ਉਸ ਨੂੰ ਵਿਆਕਰਨ ਦੀ ਜਾਣਕਾਰੀ ਨਾ ਹੋਵੇ, ਤਾਂ ਉਹ ਜਿਵੇਂ ਫੋਰ ਐਗਜ਼ਾਮਪਲ ਸ਼ੇਰ ਸ਼ਬਦ ਹੈ, ਸ਼ੇਰ ਸ਼ਬਦ ਹੈ, ਵੀ ਇਹਨਾਂ ਦੇ ਵਿੱਚ ਅੰਤਰੇ ਨਾ ਪਤਾ ਹੋਵੇ, ਤਾਂ ਇੱਦਾਂ ਹੁੰਦਾ। ਮੌਖਿਕ ਅਭਿਆਸ ਦੀ ਕਮੀ ਹੋ ਸਕਦੀ ਹੈ। ਹੋ ਸਕਦਾ ਕਿਸੇ ਨੇ ਸ਼ਬਦਾਂ ਨੂੰ ਘੱਟ ਬੋਲਿਆ ਹੋਵੇ, ਵਾਰ-ਵਾਰ ਨਾ ਬੋਲਿਆ ਹੋਵੇ, ਵਾਰ-ਵਾਰ ਨਾ ਰਿਪੀਟ ਕੀਤਾ ਹੋਵੇ, ਤਾਂ ਉੱਥੇ ਮੌਖਿਕ ਅਭਿਆਸ ਦੀ ਕਮੀ, ਵੀ ਉਹ ਪਹਿਲੀ ਵਾਰ ਹੀ ਪੜ੍ਹ ਰਿਹਾ ਕੋਈ ਸ਼ਬਦ ਨੂੰ, ਤਾਂ ਹੋ ਸਕਦਾ ਉਹ ਗਲਤ ਉਚਾਰਨ ਕਰੇ। ਜਦੋਂ ਵਾਰ-ਵਾਰ ਪੜ੍ਹੇਗਾ ਉਸ ਨੂੰ ਸਹੀ ਉਚਾਰਨ ਉਸਦਾ ਹੋ ਜਾਵੇਗਾ। ਬੱਚੇ ਦੀ ਅਗਿਆਨਤਾ ਹੋ ਸਕਦੀ ਹੈ। ਹਮ ਜਮਾਤੀਆਂ ਦਾ ਪ੍ਰਭਾਵ ਹੋ ਸਕਦਾ ਵੀ ਬਾਕੀ ਜਮਾਤ ਵਾਲੇ ਸੀ ਉਹ ਸ਼ਬਦਾਂ ਨੂੰ ਇੱਦਾਂ ਬੋਲਦੇ ਸੀ, ਇਸ ਵਿੱਚ ਕਿਸੇ ਹੋਰ ਨੇ ਸੁਣਿਆ ਉਹ ਵੀ ਇੱਦਾਂ ਹੀ ਬੋਲਣ ਲੱਗ ਗਿਆ। ਤਾਂ ਇਹ ਸਭ ਵਿੱਦਿਅਕ ਕਾਰਨ ਇਸ ਦੇ ਵਿੱਚ ਹੋ ਸਕਦੇ ਨੇ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਅਸ਼ੁੱਧ ਉਚਾਰਨ ਦੇ ਕੁਝ ਸਮਾਜਿਕ ਕਾਰਨ ਵੀ ਹੋ ਸਕਦੇ ਨੇ। ਸਮਾਜਿਕ ਕਾਰਨ ਕਿਹੜੇ ਹੋ ਸਕਦੇ ਨੇ ਇਹ ਸਮਝਦੇ ਆਪਾਂ। ਦੇਖੋ ਜੀ, ਮਾਪਿਆਂ ਦਾ ਗਲਤ ਉਚਾਰਨ ਹੋ ਸਕਦਾ ਵੀ ਮਾਪਿਆਂ ਦਾ ਉਚਾਰਨ ਹੀ ਸਹੀ ਨਹੀਂ ਸੀ। ਜਿਵੇਂ ਮਾਪੇ ਬੋਲਦੇ ਸੀ ਕਿਸੇ ਸ਼ਬਦ ਨੂੰ, ਕਿਸੇ ਚੀਜ਼ ਨੂੰ, ਠੀਕ ਹੈ, ਤਾਂ ਬੱਚਿਆਂ ਨੇ ਵੀ ਉਸੇ ਤਰ੍ਹਾਂ ਉਸ ਨੂੰ ਗ੍ਰਹਿਣ ਕਰ ਲਿਆ, ਬੱਚੇ ਵੀ ਉਸੇ ਤਰ੍ਹਾਂ ਉਸ ਦਾ ਉਚਾਰਨ ਕਰਨ ਲੱਗ ਗਏ। ਦੋਸਤਾਂ ਮਿੱਤਰਾਂ ਦਾ ਉਚਾਰਨ ਗਲਤ ਹੋਵੇ, ਮੀਡੀਆ ਦਾ ਅਸਰ ਪੈ ਸਕਦਾ ਹੈ, ਘਟੀਆ ਸਮਾਜਿਕ ਪ੍ਰਬੰਧ ਹੋ ਸਕਦਾ ਹੈ, ਮਾਪਿਆਂ ਦਾ ਲਾਡ ਪਿਆਰ ਹੋ ਸਕਦਾ ਹੈ, ਗੁਆਂਢੀਆਂ ਦਾ ਪ੍ਰਭਾਵ ਹੋ ਸਕਦਾ ਹੈ। ਇਹ ਸਭ ਕੀ ਨੇ ਜੀ, ਸਮਾਜਿਕ ਕਾਰਨ ਨੇ। ਇਹਨਾਂ ਦੇ ਕਾਰਨ ਵੀ ਆਪਣੀ ਬੋਲ ਬਾਣੀ ਜਿਹੜੀ ਉਸ 'ਤੇ ਉਚਾਰਨ ਜਿਹੜਾ ਉਹ ਗਲਤ ਹੋ ਸਕਦਾ ਹੈ। ਇਸ ਤੋਂ ਬਾਅਦ ਕੁਝ ਹੋਰ ਕਾਰਨ ਦੇਖੋ ਜੀ, ਜਿਵੇਂ ਵੀ ਖੁਰਾਕ ਸਹੀ ਨਾ ਮਿਲਣਾ। ਕਈ ਵਾਰ ਆਪਣੀ ਜਿਹੜੀ ਹੋ ਸਕਦਾ ਵੀ ਜਿਵੇਂ ਤੋਤਲਾਪਣ ਹੋ ਗਿਆ ਹੈ ਨਾ, ਕਈ ਵਾਰ ਹੁੰਦਾ ਵੀ ਉਹ ਖੁਰਾਕ ਦੇ ਨਾਲ ਸਹੀ ਹੋ ਜਾਂਦਾ, ਉਹਦੇ 'ਚ ਐਨਰਜੀ ਆ ਜਾਂਦੀ ਆਪਣੀ ਜੀਭ ਦੇ ਵਿੱਚ, ਤਾਂ ਉਹ ਸਹੀ ਐਨਰਜੀ ਦੇ ਨਾਲ ਬੋਲ ਪਾਉਂਦੇ ਆ, ਠੀਕ ਹੈ ਜੀ। ਜਾਂ ਫਿਰ ਡਾਕਟਰੀ ਇਲਾਜ ਸਹੀ ਨਾ ਹੋਣਾ। ਹੋ ਸਕਦਾ ਵੀ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਸੀ, ਉਸ ਦੇ ਜਦੋਂ ਉਹ ਬੱਚਾ ਛੋਟਾ ਸੀ ਤਾਂ ਉਸ ਦਾ ਇਲਾਜ ਹੋ ਸਕਦਾ ਸੀ, ਪੋਸੀਬਲ ਸੀ, ਪਰ ਉਹ ਵੱਡਾ ਹੋ ਗਿਆ, ਉਸਦਾ ਉਹ ਚੀਜ਼ ਨੂੰ ਸਹੀ ਕਰਨਾ ਹੁਣ ਪੋਸੀਬਲ ਨਹੀਂ ਰਿਹਾ। ਤਾਂ ਇੱਦਾਂ ਹੋ ਜਾਂਦਾ ਵੀ ਇਲਾਜ ਸਹੀ ਨਾ ਹੋਣਾ, ਠੀਕ ਹੈ ਜੀ, ਖੁਰਾਕ ਸਹੀ ਨਾ ਮਿਲਣਾ। ਜਾਂ ਫਿਰ ਖੇਤਰੀ ਭਾਸ਼ਾ ਦਾ ਪ੍ਰਭਾਵ ਵੀ ਹੋ ਸਕਦਾ, ਜਿਵੇਂ ਬਹੁਤੇ ਲਹੂ ਨੂੰ ਲਹੂਆ ਬੋਲਣਗੇ, ਜਲਵਾਯੂ ਦਾ, ਲਹਿਜੇ ਦਾ ਫਰਕ ਹੋ ਸਕਦਾ। ਤਾਂ ਇਹ ਸਭ ਕਾਰਨ ਹੋ ਸਕਦੇ ਨੇ ਕਿ ਕੀ ਹੁੰਦਾ ਹੈ ਵੀ ਭਾਸ਼ਾ ਦਾ ਜਿਹੜਾ ਸ਼ਬਦਾਂ ਦਾ ਜਿਹੜਾ ਉਚਾਰਨ ਜਿਹੜਾ ਉਹ ਸਹੀ ਨਹੀਂ ਹੁੰਦਾ। ਇਹ ਕੁਝ ਕਾਰਨ ਵੀ ਹੋ ਸਕਦੇ ਨੇ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਕਿ ਜਿਹੜਾ ਮੌਖਿਕ ਕੌਸ਼ਲ ਹੈ, ਬੋਲਣ ਕੌਸ਼ਲ ਹੈ, ਇਸ ਦੇ ਵਿੱਚ ਜੇਕਰ ਆਪਾਂ ਨੇ ਸੁਧਾਰ ਕਰਨਾ ਹੈ, ਇਸ ਨੂੰ ਵਿਕਸਿਤ ਕਰਨਾ ਹੈ, ਇਸ ਦੇ 'ਚ ਨਿਖਾਰ ਲੈ ਕੇ ਆਉਣਾ ਹੈ, ਤਾਂ ਕਿਹੜੇ ਅਭਿਆਸ ਅਤੇ ਕਿਰਿਆਵਾਂ ਜਿਹੜੀਆਂ ਉਹ ਅਪਣਾਈਆਂ ਜਾ ਸਕਦੀਆਂ ਨੇ। ਤਾਂ ਦੇਖੋ ਜੀ, ਇਸ ਦੇ ਵਿੱਚ ਸੁਧਾਰ ਕਰਨ ਦੇ ਲਈ ਭਾਸ਼ਾ ਸੁਧਾਰ ਉਪਕਰਨਾਂ ਦੀ ਵਰਤੋਂ ਕਰਨੀ। ਮਾਈਕਰੋਫੋਨ ਦੇ ਉੱਤੇ ਮੰਨ ਕੇ ਚੱਲੋ ਕਿ ਇਸ ਦਾ ਉਚਾਰਨ ਅਸ਼ੁੱਧ ਹੈ, ਤਾਂ ਉਸ ਨੂੰ ਮਾਈਕਰੋਫੋਨ ਦੇ ਦਿੱਤਾ, ਮਾਈਕ ਦੇ ਉੱਤੇ ਕੋਈ ਉਸਦੀ ਰਿਕਾਰਡਿੰਗ ਕਰਵਾ ਲਈ, ਤਾਂ ਰਿਕਾਰਡਿੰਗ ਕਰਵਾਈ ਤਾਂ ਉਹ ਆਪਣੀ ਗੱਲ ਕਹੂਗਾ, ਬੋਲੂਗਾ ਜਾਂ ਕਹੂਗੀ, ਹੈ ਨਾ। ਤਾਂ ਦੇਖੋ ਜਦੋਂ ਉਹ ਗੱਲ ਉਸ ਦੇ 'ਚ ਰਿਕਾਰਡ ਹੋ ਗਈ ਤਾਂ ਉਸ ਨੂੰ ਸੁਣੇ। ਹੁਣ ਕੋਈ ਵਿਦਿਆਰਥੀ ਹੈ ਜਾਂ ਵਿਦਿਆਰਥਣ ਹੈ, ਉਸ ਦੀ ਆਵਾਜ਼ ਰਿਕਾਰਡ ਕਰ ਲਈ ਅਤੇ ਉਸ ਨੂੰ ਸੁਣਾਈ ਜਾ ਵੀ ਦੇਖ ਤਾਂ ਇਹ ਸ਼ਬਦ ਇੱਥੇ ਗਲਤ ਬੋਲੇ ਹੈ। ਤਾਂ ਇਸ ਤਰ੍ਹਾਂ ਇਹ ਜਿਹੜੇ ਭਾਸ਼ਾ ਉਪਕਰਨ ਨੇ ਇਹਨਾਂ ਦੀ ਆਪਾਂ ਸੁਧਾਰ ਕਰ ਸਕਦੇ ਹਾਂ ਉਪਕਰਨਾਂ ਦੀ ਵਰਤੋਂ ਕਰਕੇ। ਜਿਵੇਂ ਕੋਈ ਮੰਨ ਕੇ ਚੱਲੋ ਭਾਸ਼ਾ ਲੈਬੋਰੇਟਰੀ ਹੈ, ਤਾਂ ਭਾਸ਼ਾ ਲੈਬ ਦੇ ਵਿੱਚ ਬੱਚੇ ਨੂੰ ਲੈ ਗਏ, ਉਸ ਦੀ ਰਿਕਾਰਡਿੰਗ ਕੀਤੀ, ਹੈ ਨਾ, ਕੋਈ ਵੀਡੀਓ ਬਣਾਈ, ਤਾਂ ਉੱਥੇ ਉਸ ਨੂੰ ਸੁਣਾਇਆ ਗਿਆ ਵੀ ਤੂੰ ਇੱਥੇ ਸ਼ਬਦ ਨੂੰ ਗਲਤ ਬੋਲਿਆ ਸੀ ਅਤੇ ਇਹਨੂੰ ਸਹੀ ਬੋਲਣਾ ਹੈ। ਸਹੀ ਬੋਲਣ ਲਈ ਕੀ ਕਰਨਾ, ਉਸ ਨੂੰ ਸ਼ੁੱਧ ਉਚਾਰਨ ਦੇ ਨਮੂਨੇ ਮੁਹੱਈਆ ਕਰਵਾਉਣੇ ਨੇ। ਕੋਈ ਸ਼ਬਦ ਹੈ
ਉਹ ਕੋਈ ਸ਼ੇਰ ਤੇ ਸ਼ੇਰ ਨੂੰ ਸਹੀ ਨਹੀਂ ਬੋਲ ਰਿਹਾ ਤਾਂ ਉਹਨੂੰ ਦੋਨੇ ਤਰ੍ਹਾਂ ਦੇ ਸ਼ਬਦ ਬੋਲ ਕੇ ਸੁਣਾਉਣੇ, ਦੋਨਾਂ ਦੀ ਰਿਕਾਰਡਿੰਗ ਸੁਣਾਉਣੀ ਵੀ ਇਹ ਸ਼ੁੱਧ ਹੈ ਇਹ ਅਸ਼ੁੱਧ ਹੈ। ਤਾਂ ਇਸ ਤਰ੍ਹਾਂ ਸ਼ੁੱਧ ਭਾਸ਼ਾ ਦੇ ਨਮੂਨੇ ਮੁਹੱਈਆ ਕਰਵਾਉਣੇ, ਅਧਿਆਪਕ ਦਾ ਉਚਾਰਨ ਸਹੀ ਕਰਵਾਉਣਾ, ਮੌਖਿਕ ਪ੍ਰਗਟਾਦੀ ਅਭਿਆਸ 'ਤੇ ਜ਼ੋਰ, ਕੋਈ ਗੱਲ ਨੂੰ ਵਾਰ-ਵਾਰ ਕਹਿਣਾ ਵੀ ਬੋਲ ਉੱਚੀ ਉੱਚੀ ਬੋਲ ਕੇ ਉਸ ਨੂੰ ਅਭਿਆਸ ਕਰਵਾਉਣਾ ਉਸਦਾ। ਠੀਕ ਹੈ ਜੀ। ਵਿਗਿਆਨਿਕ ਅਧਿਆਪਕ ਵਿਧੀਆਂ ਅਪਣਾਉਣੀਆਂ, ਨਵੀਆਂ ਵਿਧੀਆਂ ਅਪਣਾਉਣੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ। ਅਤੇ ਜਾਂ ਫਿਰ ਇਸ ਦੇ ਨਾਲ ਕੀ ਹੋ ਸਕਦਾ, ਜਿਵੇਂ ਐਪਸ ਆ ਰਹੇ ਨੇ ਹੈ ਨਾ, ਵੀ ਐਪ ਆ ਰਹੇ ਨੇ ਉਹਦੇ ਉੱਤੇ ਵੀ ਨਾਲ ਤੁਸੀਂ ਸੁਣੋ, ਨਾਲ ਦੀ ਨਾਲ ਬੋਲੋ ਹੈ ਨਾ। ਜਿਵੇਂ ਸੌਂਗ ਨਹੀਂ ਹੁੰਦਾ ਇੱਕ, ਕਈ ਵਾਰ ਵੀ ਬਹੁਤੇ ਗਾਉਣਾ ਸਿੱਖਦੇ ਨੇ ਹੈ ਨਾ, ਸਿੰਗਿੰਗ ਸਿੱਖਦੇ ਨੇ, ਤਾਂ ਉਹ ਨਾਲ ਲਿਖਿਆ ਹੋਇਆ ਆਊਗਾ ਅਤੇ ਉਸ ਨੂੰ ਬੋਲਿਆ ਨਾ ਪਊਗਾ ਵੀ ਉਹ ਕਿੰਨੀ ਲੈਅ ਦੇ ਵਿੱਚ, ਕਿੰਨੀ ਸੁਰ ਤਾਲ ਦੇ ਵਿੱਚ ਬੋਲ ਰਿਹਾ, ਕੋਈ ਗਾ ਰਿਹਾ ਹੈ, ਤਾਂ ਉਹ ਚੀਜ਼ ਚੈੱਕ ਕਰਦੇ ਨੇ ਉਹ ਐਪਸ ਨਾਲ ਦੀ ਨਾਲ। ਤਾਂ ਇੱਦਾਂ ਅਧਿਆਪਨ ਵਿਧੀਆਂ ਜਿਹੜੀਆਂ ਉਹ ਵਿਗਿਆਨਿਕ ਹੋਣੀ ਚਾਹੀਦੀਆਂ ਨੇ। ਠੀਕ ਹੈ। ਢੰਗ ਤਰੀਕੇ ਜਿਹੜੇ ਉਹ ਨਵੇਂ ਹੋਣੇ ਚਾਹੀਦੇ ਨੇ। ਵਾਰ ਅਭਿਆਸ, ਡਾਕਟਰੀ ਇਲਾਜ, ਵਾਦ ਵਿਵਾਦ, ਵਾਰਤਾਲਾਪ, ਭਾਸ਼ਣ, ਪ੍ਰਸ਼ਨ ਉੱਤਰ ਵਿਧੀ ਅਪਣਾਉਣੀ, ਕੁਛ ਸੁਣਨਾ ਕੁਛ ਸੁਣਾਉਣਾ। ਠੀਕ ਹੈ ਜੀ। ਕਵਿਤਾ ਦਾ ਗਾਇਨ, ਕਿ ਕਵਿਤਾ ਕਹਿਣਾ ਵੀ ਇਹ ਕਵਿਤਾ ਨੂੰ ਗਾਓ ਹੈ ਨਾ, ਤਾਂ ਇਸ ਤਰੀਕੇ ਨਾਲ। ਇਸ ਤੋਂ ਬਿਨਾਂ ਅੰਤਰਾਕਸ਼ੀ ਅਤੇ ਕਹਾਣੀ ਸੁਣਾਉਣ ਲਈ ਕਹਿਣਾ, ਕੋਈ ਵੀ ਤੁਸੀਂ ਕੱਲ੍ਹ ਮੇਲੇ 'ਚ ਗਏ ਸੀ ਤਾਂ ਦੱਸੋ ਮੇਲੇ ਦਾ ਦ੍ਰਿਸ਼ ਬਿਆਨ ਕਰੋ, ਤਾਂ ਉਹ ਸਾਰੀ ਗੱਲ ਨੂੰ ਕਹਿਣਗੇ, ਕਹਾਣੀ ਜੋੜਨਗੇ, ਸ਼ਬਦਾਂ ਦਾ ਉਚਾਰਨ ਕਰਨਗੇ, ਤਾਂ ਉਹਨਾਂ ਦੀ ਬੋਲਣ ਕੌਸ਼ਲ ਜਿਹੜੀ ਉਹ ਵਿਕਸਿਤ ਹੋਏਗੀ। ਨਾਟਕ ਅਤੇ ਅਭਿਨੇ, ਸੰਵਾਦ ਪਾਠ, ਉੱਚੀ ਪਾਠ, ਕੋਈ ਪਾਠ ਹੈ ਉਸ ਨੂੰ ਕਹਿਣਾ ਵੀ ਉੱਚੀ ਬੋਲ ਕੇ ਪੜ੍ਹੋ, ਕੋਈ ਕਵਿਤਾ ਹੈ ਉਹਨੂੰ ਉੱਚੀ ਗਾਓ, ਕੋਈ ਗੀਤ ਹੈ ਉਹਨੂੰ ਉੱਚੀ ਗਾਓ। ਡਿਕਟੇਸ਼ਨ, ਸਮੂਹਿਕ ਚਰਚਾ ਹੋ ਸਕਦਾ ਹੈ। ਸਿੰਪੋਜ਼ੀਅਮ ਹੋ ਸਕਦਾ ਵੀ ਕੋਈ ਪਹਿਲਾਂ ਕਹਿ ਦੇਣਾ ਵੀ ਇੱਕ ਪੇਜ ਤਿਆਰ ਕਰੋ, ਪੇਪਰ ਤਿਆਰ ਕਰ ਲਓ, ਫਿਰ ਉਸ ਵਿੱਚੋਂ ਸਵਾਲ ਜਵਾਬ ਕਰਨਾ। ਠੀਕ ਹੈ। ਇਹ ਇੱਕ ਕਿਰਿਆ ਹੋ ਸਕਦੀ ਹੈ। ਜਿਵੇਂ ਗੋਸ਼ਟੀ ਰਚਾਉਣਾ ਹੈ ਨਾ, ਤਾਂ ਦੇਖੋ ਜੀ ਵਿਚਾਰ ਪ੍ਰੀਸ਼ਦ ਹੋ ਸਕਦੀ ਹੈ। ਸਮੱਸਿਆ ਚੁਣ ਕੇ ਉਸ 'ਤੇ ਵੱਖ ਪੱਖਾਂ 'ਤੇ ਚਰਚਾ ਕਰਨੀ। ਜਦੋਂ ਚਰਚਾ ਕੀਤੀ ਜਾਊਗੀ, ਜੋ ਗੱਲ ਕਹੀ ਜਾਊਗੀ ਉਸ ਦਾ ਵਿਰੋਧ ਵੀ ਹੋਏਗਾ। ਜਦੋਂ ਉਸ ਦਾ ਵਿਰੋਧ ਹੋਏਗਾ ਤਾਂ ਉਸ ਵਿਰੋਧ ਨੂੰ ਹੈਂਡਲ ਕਿਵੇਂ ਕਰਨਾ ਹੈ, ਉਸ 'ਤੇ ਉਲਟ ਗੱਲ ਕਿਵੇਂ ਕਹਿਣੀ ਹੈ। ਕੋਈ ਸਾਹਮਣੇ ਵਾਲਾ ਤੁਹਾਡਾ ਵਿਰੋਧ ਕਰ ਰਿਹਾ, ਇਹ ਨਹੀਂ ਵੀ ਤੁਸੀਂ ਅੱਗੇ ਭੱਜ ਕੇ ਪੈ ਜਾਓ, ਉਹਨੂੰ ਚੰਗੀ ਤਰ੍ਹਾਂ ਬੋਲੋ, ਉਹਨੂੰ ਹੈਂਡਲ ਕਰਨਾ ਸਿੱਖੋ। ਤਾਂ ਇਸ ਤਰ੍ਹਾਂ ਜਦੋਂ ਵਿਚਾਰ ਵਟਾਂਦਰਾ ਹੁੰਦਾ ਹੈ, ਕੋਈ ਚਰਚਾ ਬਹਿਸ ਹੁੰਦੀ ਹੈ, ਤਾਂ ਉੱਥੇ ਇਹ ਸਭ ਚੀਜ਼ਾਂ ਆਪਾਂ ਸਿੱਖਦੇ ਹਾਂ। ਤਾਂ ਇਸ ਤਰੀਕੇ ਨਾਲ ਜਿਹੜੀ ਆਪਣੀ ਬੋਲਣ ਕੌਸ਼ਲ ਹੈ ਇਸ ਨੂੰ ਅਸੀਂ ਵਿਕਸਿਤ ਕਰ ਸਕਦੇ ਹਾਂ। ਤਾਂ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਬੋਲਣ ਕੌਸ਼ਲ ਨੂੰ ਪੂਰਾ ਡਿਟੇਲ ਦੇ ਵਿੱਚ ਸਮਝ ਲਿਆ ਹੈ। ਇਸ ਤੋਂ ਬਾਅਦ ਜੋ ਅੱਗੇ ਪੜ੍ਹਨ ਕੌਸ਼ਲ ਅਤੇ ਲਿਖਣ ਕੌਸ਼ਲ ਬਚੀ ਹੈ, ਇਹਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਸੋ ਮੱਚ।